प्रेज द लॉर्ड जीसस क्राइस्ट। ਪੈਸਟਰ ਐਲਵਿਸ ਦੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਉਪਦੇਸ਼ ਦੀ ਇਸ ਡੂੰਗੀ ਪੜਚੋਲ ਵਿੱਚ ਸਭ ਦਾ ਸਵਾਗਤ ਹੈ। ਅੱਜ ਆਪਾਂ ਇਸ ਸੰਦੇਸ਼ ਦੇ ਬਿਲਕੁਲ ਮੂਲ ਤੱਤਾਂ ਨੂੰ ਸਮਝਣ ਜਾ ਰਹੇ ਹਾਂ। ਇਹ ਕੋਈ ਆਮ ਚਰਚਾ ਨਹੀਂ ਹੈ, ਬਲਕਿ ਇਹ ਇੱਕ ਅਜਿਹਾ ਵਿਸ਼ਲੇਸ਼ਣ ਹੈ ਜੋ ਅਧਿਆਤਮਿਕ ਨਿਯਮਾਂ ਨੂੰ ਬਹੁਤ ਹੀ ਸਪਸ਼ਟ ਅਤੇ ਤਰਕਪੂਰਨ ਢੰਗ ਨਾਲ ਸਾਹਮਣੇ ਲਿਆਉਂਦਾ ਹੈ। ਆਓ ਸਿੱਧਾ ਵਿਸ਼ੇ ਤੇ ਆਉਂਦੇ ਹਾਂ। ਠੀਕ ਹੈ, ਆਓ ਇਸ ਦੀ ਡੂੰਘਾਈ ਵਿੱਚ ਚਲੀਏ। ਇਹ ਖਾਸ ਵਾਕਿਆਂਸ਼ ਪ੍ਰੇਜ਼ ਦ ਲਾਰਡ ਜੀਸਸ ਕ੍ਰਾਈਸਟ ਪੂਰੇ ਸਰੋਤ ਪਾਠ ਦੀ ਬੁਨਿਆਦ ਹੈ। ਇਹ ਸਿਰਫ ਕੋਈ ਆਮ ਸ਼ੁਭਕਾਮਨਾ ਨਹੀਂ ਹੈ, ਬਲਕਿ ਇਹ ਉਹ ਮਜ਼ਬੂਤ ਆਧਾਰ ਹੈ ਜਿਸ ਉੱਤੇ ਪੂਰਾ ਉਪਦੇਸ਼ ਖੜਾ ਹੈ। ਸਰੋਤ ਦੇ ਅਨੁਸਾਰ ਇਹ ਵਾਕ ਇਸ ਵਿਸ਼ਵਾਸ ਨੂੰ ਪੱਕਾ ਕਰਦਾ ਹੈ ਕਿ ਸਾਰੀਆਂ ਸੱਚੀਆਂ ਬਰਕਤਾਂ ਅਤੇ ਆਤਮਿਕ ਤੋਹਫੇ ਕੇਵਲ ਵਿਸ਼ਵਾਸ ਰਾਹੀਂ ਹੀ ਪ੍ਰਾਪਤ ਹੁੰਦੇ ਹਨ। ਸ਼ੁਰੂ ਤੋਂ ਹੀ ਇਹ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਆਪਾਂ ਪੂਰੀ ਤਰ੍ਹਾਂ ਨਾਲ ਆਤਮਿਕ ਸਮਰਪਣ ਦੀ ਗੱਲ ਕਰ ਰਹੇ ਹਾਂ। ਇਸ ਵਿਸ਼ਲੇਸ਼ਣ ਵਿੱਚ ਮੁੱਖ ਤੌਰ ਤੇ 5 ਸੱਚਾਈਆਂ ਸਾਹਮਣੇ ਆਉਂਦੀਆਂ ਹਨ। ਪਹਿਲਾ, ਮਸੀਹ ਵਿੱਚ ਸੱਚੀ ਬਰਕਤ। ਦੂਜਾ, ਬਰਕਤਾਂ ਲਈ ਸਹੀ ਸਮਾਂ। ਤੀਜਾ, ਦਿਲ ਦੀ ਸ਼ੁੱਧਤਾ ਅਤੇ ਰੱਬ ਦਾ ਡਰ। ਚੌਥਾ, ਦੂਜਿਆਂ ਲਈ ਬਰਕਤਾਂ ਮੰਗਣਾ। ਅਤੇ ਅੰਤ ਵਿੱਚ ਗੁਆਚੀਆਂ ਬਰਕਤਾਂ ਦੀ ਬਹਾਲੀ। ਆਪਾਂ ਇਹਨਾਂ ਸਭ ਨੂੰ ਇੱਕ-ਇੱਕ ਕਰਕੇ ਦੇਖਾਂਗੇ। ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਪਹਿਲੇ ਭਾਗ ਤੋਂ। ਮਸੀਹ ਵਿੱਚ ਸੱਚੀ ਬਰਕਤ ਯਾਨੀ ਪਦਾਰਥਵਾਦ ਤੋਂ ਕਿਤੇ ਪਰੇ। ਅਤੇ ਇਹ ਬਹੁਤ ਵਧੀਆ ਢੰਗ ਨਾਲ ਦਰਸਾਉਂਦਾ ਹੈ ਕਿ ਕਿਵੇਂ ਉਪਦੇਸ਼ ਦੁਨਿਆਵੀ ਦੌਲਤ ਦੀਆਂ ਮਨੁੱਖੀ ਉਮੀਦਾਂ ਅਤੇ ਅਫਸੀਆਂ ਅਤੇ ਗਲਾਤੀਆਂ ਦੀਆਂ ਕਿਤਾਬਾਂ ਵਿੱਚ ਵਰਣਿਤ ਸਵਰਗੀ ਬਰਕਤਾਂ ਵਿਚਕਾਰ ਇੱਕ ਬਹੁਤ ਹੀ ਸਪਸ਼ਟ ਅੰਤਰ ਪੇਸ਼ ਕਰਦਾ ਹੈ। ਆਮ ਤੌਰ ਤੇ ਲੋਕ ਕਾਰਾਂ, ਚੰਗੇ ਵਿਆਹ ਜਾਂ ਲੰਬੀ ਉਮਰ ਵਰਗੀਆਂ ਭੌਤਿਕ ਚੀਜ਼ਾਂ ਦੀ ਹੀ ਮੰਗ ਕਰਦੇ ਰਹਿੰਦੇ ਹਨ, ਪਰ ਇੱਥੇ ਪਾਠ ਇਹ ਦਲੀਲ ਦਿੰਦਾ ਹੈ ਕਿ ਅਸਲ ਅਤੇ ਹਮੇਸ਼ਾ ਰਹਿਣ ਵਾਲੀਆਂ ਬਰਕਤਾਂ ਤਾਂ ਆਤਮਿਕ ਸੁਭਾਅ ਦੀਆਂ ਹੁੰਦੀਆਂ ਹਨ, ਜੋ ਸਿੱਧਾ ਅਸਮਾਨੀ ਖੇਤਰਾਂ ਨਾਲ ਜੁੜੀਆਂ ਹਨ। ਪਾਠ ਦੇ ਅਨੁਸਾਰ ਜੇ ਕੋਈ ਸਭ ਤੋਂ ਉੱਚੀ ਅਤੇ ਮਹਾਨ ਬਰਕਤ ਪ੍ਰਾਪਤ ਕਰ ਸਕਦਾ ਹੈ ਤਾਂ ਉਹ ਕੋਈ ਭੌਤਿਕ ਚੀਜ਼ ਨਹੀਂ ਹੈ, ਬਲਕਿ ਉਹ ਪਵਿੱਤਰ ਆਤਮਾ ਦੀ ਮੌਜੂਦਗੀ ਹੈ। ਇਹ ਇੱਕ ਅਜਿਹੀ ਅਣਡਿੱਠੀ ਸਵਰਗੀ ਬਰਕਤ ਹੈ ਜਿਸ ਨੂੰ ਦੁਨੀਆ ਦੀ ਕਿਸੇ ਵੀ ਦੌਲਤ ਨਾਲ ਤੋਲਿਆ ਹੀ ਨਹੀਂ ਜਾ ਸਕਦਾ। ਅਸਲ ਵਿੱਚ ਇਹ ਵਿਚਾਰ ਪਦਾਰਥਵਾਦ ਦੇ ਮੁਕਾਬਲੇ ਇੱਕ ਬਹੁਤ ਹੀ ਮਜ਼ਬੂਤ ਅਧਿਆਤਮਿਕ ਬਦਲ ਪੇਸ਼ ਕਰਦਾ ਹੈ। ਹੁਣ ਆਉਂਦੇ ਹਾਂ ਦੂਜੇ ਭਾਗ ਵੱਲ, ਬਰਕਤਾਂ ਲਈ ਸਹੀ ਸਮਾਂ ਯਾਨੀ ਸਮੇਂ ਦੀ ਅਹਿਮੀਅਤ। ਇਸ ਗੱਲ ਨੂੰ ਜ਼ਮੀਨੀ ਪੱਧਰ ਤੇ ਸਮਝਣ ਲਈ ਇਬਰਾਨੀਆਂ ਦੀ ਕਿਤਾਬ ਵਿੱਚੋਂ ਏਸਾਓ ਦੀ ਕਹਾਣੀ ਨੂੰ ਦੇਖਣਾ ਬਣਦਾ ਹੈ। ਏਸਾਓ ਨੇ ਸਿਰਫ ਪਲ ਭਰ ਦੀ ਭੁੱਖ ਮਿਟਾਉਣ ਲਈ ਆਪਣਾ ਸਭ ਤੋਂ ਕੀਮਤੀ ਹੱਕ ਗੁਆ ਦਿੱਤਾ। ਬਾਅਦ ਵਿੱਚ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਬਹੁਤ ਰੋਇਆ, ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਹ ਕਹਾਣੀ ਸਪਸ਼ਟ ਕਰਦੀ ਹੈ ਕਿ ਜੇ ਬਰਕਤ ਦੇ ਨਿਰਧਾਰਿਤ ਸਮੇਂ ਨੂੰ ਗੁਆ ਦਿੱਤਾ ਜਾਵੇ ਤਾਂ ਉਹ ਮੌਕਾ ਹਮੇਸ਼ਾ ਲਈ ਹੱਥੋਂ ਨਿਕਲ ਜਾਂਦਾ ਹੈ। ਅਤੇ ਇੱਥੇ ਇੱਕ ਹੋਰ ਕਮਾਲ ਦੀ ਉਦਾਹਰਣ ਹੈ। ਚੇਲਿਆਂ ਨੂੰ ਯਰੂਸ਼ਲਮ ਵਿੱਚ ਰੁਕਣ ਦਾ ਹੁਕਮ ਦਿੱਤਾ ਗਿਆ ਸੀ। ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਕਿੰਨਾ ਸਮਾਂ ਲੱਗੇਗਾ, ਪਰ ਉਹਨਾਂ ਨੇ ਪੂਰੇ 50 ਦਿਨ ਧੀਰਜ ਨਾਲ ਉਡੀਕ ਕੀਤੀ, ਜਦੋਂ ਤੱਕ ਕਿ ਪਵਿੱਤਰ ਆਤਮਾ ਦੇ ਆਉਣ ਦਾ ਬਿਲਕੁਲ ਸਹੀ ਪਲ ਨਹੀਂ ਆ ਗਿਆ। ਇਹ ਦਿਖਾਉਂਦਾ ਹੈ ਕਿ ਬਰਕਤ ਦੇ ਆਉਣ ਦੇ ਸਹੀ ਪਲ ਤੱਕ ਦ੍ਰਿੜਤਾ ਅਤੇ ਧੀਰਜ ਨਾਲ ਖੜੇ ਰਹਿਣਾ ਕਿੰਨਾ ਜ਼ਰੂਰੀ ਹੈ। ਸੋਚੋ, ਜੋ ਲੋਕ ਬੇਸਬਰੇ ਹੋ ਕੇ ਪਹਿਲੇ ਹੀ ਚਲੇ ਗਏ ਹੋਣਗੇ, ਉਹ ਤਾਂ ਇਸ ਮਹਾਨ ਬਰਕਤ ਤੋਂ ਵਾਂਝੇ ਹੀ ਰਹਿ ਗਏ ਨਾ। ਆਪਾਂ ਤੀਜੇ ਭਾਗ ਵੱਲ ਵਧਦੇ ਹਾਂ, ਦਿਲ ਦੀ ਸ਼ੁੱਧਤਾ ਅਤੇ ਡਰ, ਜੋ ਕਿ ਬਰਕਤ ਦੀਆਂ ਮੁੱਖ ਸ਼ਰਤਾਂ ਹਨ। ਸੋ ਇੱਥੇ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਜ਼ਬੂਰਾਂ ਅਤੇ ਕਹਾਵਤਾਂ ਤੋਂ ਲਈਆਂ ਗਈਆਂ ਇਹ ਖਾਸ ਸ਼ਰਤਾਂ ਦੱਸਦੀਆਂ ਹਨ ਕਿ ਸਾਡਾ ਨਿੱਜੀ ਚਰਿੱਤਰ ਆਤਮਿਕ ਕਿਰਪਾ ਦੇ ਵਹਾਅ ਨੂੰ ਕਿਵੇਂ ਨਿਰਧਾਰਿਤ ਕਰਦਾ ਹੈ। ਰੱਬ ਦਾ ਡਰ ਮੰਨਣਾ, ਚਾਹੇ ਕੋਈ ਇਨਸਾਨ ਛੋਟਾ ਹੋਵੇ ਜਾਂ ਵੱਡਾ, ਆਪਣੇ ਹੱਥਾਂ ਨੂੰ ਬੇਕਸੂਰ ਰੱਖਣਾ, ਦਿਲ ਨੂੰ ਸਾਫ਼ ਰੱਖਣਾ ਅਤੇ ਹੰਕਾਰ ਜਾਂ ਧੋਖੇ ਤੋਂ ਕੋਹਾਂ ਦੂਰ ਰਹਿਣਾ। ਉਪਦੇਸ਼ ਸਪਸ਼ਟ ਕਰਦਾ ਹੈ ਕਿ ਇਹ ਸਿਰਫ ਕੋਈ ਸਲਾਹ ਨਹੀਂ ਹਨ, ਬਲਕਿ ਇਹ ਉਹ ਪੱਕੇ ਮਾਪਦੰਡ ਹਨ ਜੋ ਇਹ ਤੈਅ ਕਰਦੇ ਹਨ ਕਿ ਕੀ ਅਸਲ ਵਿੱਚ ਕੋਈ ਬਰਕਤ ਪ੍ਰਾਪਤ ਕਰਨ ਦੇ ਯੋਗ ਹੈ ਵੀ ਜਾਂ ਨਹੀਂ। ਚੌਥਾ ਭਾਗ, ਦੂਜਿਆਂ ਲਈ ਬਰਕਤਾਂ ਮੰਗਣਾ, ਸ਼ਬਦਾਂ ਦੀ ਤਾਕਤ। ਸਰੋਤ ਦੁਆਰਾ ਦਿੱਤਾ ਗਿਆ ਇਹ ਅਲੰਕਾਰ ਸੱਚਮੁੱਚ ਬਹੁਤ ਸ਼ਕਤੀਸ਼ਾਲੀ ਹੈ। ਜਿਵੇਂ ਥੱਕੀ ਹੋਈ ਜਾਨ ਲਈ ਠੰਡਾ ਪਾਣੀ, ਤਿਵੇਂ ਦੂਰ ਦੇਸ਼ ਤੋਂ ਆਈ ਚੰਗੀ ਖਬਰ ਹੁੰਦੀ ਹੈ। ਇਹ ਸਮਝਾਉਂਦਾ ਹੈ ਕਿ ਦੂਜਿਆਂ ਨੂੰ ਸਹਾਇਕ ਸ਼ਬਦ ਕਹਿਣਾ ਅਤੇ ਚੰਗੀ ਖਬਰ ਦੇਣਾ ਇੱਕ ਅਜਿਹਾ ਕੰਮ ਹੈ ਜੋ ਆਤਮਿਕ ਤੌਰ ਤੇ ਤਾਜ਼ਗੀ ਬਖਸ਼ਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਪਿਆਸੇ ਇਨਸਾਨ ਲਈ ਠੰਡਾ ਪਾਣੀ ਜਾਨ ਬਚਾਉਣ ਵਾਲਾ ਹੁੰਦਾ ਹੈ, ਉਸੇ ਤਰ੍ਹਾਂ ਨਿਰਾਸ਼ ਲੋਕਾਂ ਲਈ ਹੌਸਲਾ ਦੇਣ ਵਾਲੇ ਸ਼ਬਦ ਬੋਲਣਾ ਉਪਦੇਸ਼ ਵਿੱਚ ਇੱਕ ਬਹੁਤ ਹੀ ਉੱਚ ਦਰਜੇ ਦਾ ਆਤਮਿਕ ਕਾਰਜ ਮੰਨਿਆ ਗਿਆ ਹੈ। ਇੱਥੇ ਦੋ ਬਿਲਕੁਲ ਉਲਟ ਨਤੀਜਿਆਂ ਦੀ ਤੁਲਨਾ ਕੀਤੀ ਗਈ ਹੈ। ਇੱਕ ਪਾਸੇ ਇੱਕ ਬਹੁਤ ਹੀ ਸਖਤ ਚੇਤਾਵਨੀ ਹੈ ਕਿ ਦੁਸ਼ਮਣਾਂ ਦਾ ਨੁਕਸਾਨ ਚਾਹਣਾ ਜਾਂ ਉਹਨਾਂ ਨੂੰ ਸਰਾਪ ਦੇਣਾ ਇਨਸਾਨ ਦੀਆਂ ਆਪਣੀਆਂ ਆਤਮਿਕ ਬਰਕਤਾਂ ਨੂੰ ਪੂਰੀ ਤਰ੍ਹਾਂ ਰੋਕ ਦਿੰਦਾ ਹੈ ਅਤੇ ਸਰਾਪ ਨੂੰ ਵਾਪਸ ਉਸੇ ਉੱਤੇ ਹੀ ਲੈ ਆਉਂਦਾ ਹੈ।
ਪਰ ਦੂਜੇ ਪਾਸੇ ਦੂਜਿਆਂ ਨੂੰ ਬਰਕਤ ਦੇਣਾ, ਇੱਥੋਂ ਤੱਕ ਕਿ ਉਹਨਾਂ ਨੂੰ ਵੀ ਜੋ ਸਾਨੂੰ ਸਤਾਉਂਦੇ ਹਨ, ਸਾਨੂੰ ਰੱਬ ਵੱਲੋਂ ਬਰਕਤ ਪ੍ਰਾਪਤ ਕਰਨ ਅਤੇ ਸਦੀਪਕ ਬਰਕਤਾਂ ਦਾ ਵਾਰਿਸ ਬਣਨ ਦੇ ਯੋਗ ਬਣਾਉਂਦਾ ਹੈ। ਸੋ ਨਤੀਜੇ ਬਿਲਕੁਲ ਸਪਸ਼ਟ ਹਨ। ਆਪਾਂ ਪਹੁੰਚ ਗਏ ਹਾਂ ਪੰਜਵੇਂ ਅਤੇ ਅੰਤਿਮ ਭਾਗ ਤੇ, ਗਵਾਚੀਆਂ ਬਰਕਤਾਂ ਦੀ ਬਹਾਲੀ, ਯਾਨੀ ਤਬਾਹੀ ਤੋਂ ਬਾਅਦ ਉਮੀਦ ਦੀ ਕਿਰਨ। ਇਸ ਬਹਾਲੀ ਦੇ ਸੰਕਲਪ ਨੂੰ ਅਯੂਬ ਦੀ ਕਹਾਣੀ ਨਾਲ ਬਹੁਤ ਹੀ ਮਜ਼ਬੂਤੀ ਨਾਲ ਐਂਕਰ ਕੀਤਾ ਗਿਆ ਹੈ। ਅਯੂਬ ਇਸ ਗੱਲ ਦੀ ਇੱਕ ਬਹੁਤ ਹੀ ਵਧੀਆ ਉਦਾਹਰਣ ਹੈ ਕਿ ਕਿਵੇਂ ਭਿਆਨਕ ਨੁਕਸਾਨ ਤੋਂ ਬਾਅਦ ਵੀ ਜੇਕਰ ਵਿਸ਼ਵਾਸ ਕਾਇਮ ਰਹਿੰਦਾ ਹੈ ਤਾਂ ਰੱਬ ਕੋਲ ਉਸ ਹਰ ਚੀਜ਼ ਨੂੰ ਬਹਾਲ ਕਰਨ ਅਤੇ ਦੁੱਗਣਾ ਕਰਨ ਦੀ ਸਮਰੱਥਾ ਹੈ ਜੋ ਦੁਸ਼ਮਣ ਨੇ ਖੋਹ ਲਈ ਹੋਵੇ। ਅਯੂਬ ਦਾ ਸਭ ਕੁਝ ਲੁੱਟ ਲਿਆ ਗਿਆ ਸੀ, ਪਰ ਅੰਤ ਵਿੱਚ ਉਸ ਨੂੰ ਪਹਿਲਾਂ ਨਾਲੋਂ ਦੁੱਗਣਾ ਪ੍ਰਾਪਤ ਹੋਇਆ। ਇਹ ਬਿਰਤਾਂਤ ਸਰੋਤ ਦੇ ਅੰਦਰ ਇੱਕ ਬਹੁਤ ਹੀ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ਆਓ ਅੱਗੇ ਵਧੀਏ ਅਤੇ ਦੇਖੀਏ ਕਿ ਇਹ ਕਿਵੇਂ ਵਿਕਸਿਤ ਹੁੰਦਾ ਹੈ। ਇਹ 3 ਕਦਮ ਦਰਸਾਉਂਦੇ ਹਨ ਕਿ ਕਿਵੇਂ ਉਜਾੜੂ ਪੁੱਤਰ, ਜਿਸ ਨੇ ਆਪਣਾ ਸਭ ਕੁਝ ਬਰਬਾਦ ਕਰ ਦਿੱਤਾ ਸੀ, ਅਤੇ ਖੁਦ ਯਿਸੂ, ਜਿਸ ਨੇ ਧਰਤੀ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ, ਇੱਕ ਅੰਤਿਮ ਪੈਟਰਨ ਸਥਾਪਿਤ ਕਰਦੇ ਹਨ। ਪਹਿਲਾ ਕਦਮ ਹਮੇਸ਼ਾ ਪੂਰਾ ਨੁਕਸਾਨ ਜਾਂ ਸੁਨਸਾਨ ਹੁੰਦਾ ਹੈ। ਦੂਜਾ ਕਦਮ ਹੈ ਪੂਰੀ ਤਰ੍ਹਾਂ ਰੱਬ ਦੇ ਅਧੀਨ ਹੋਣਾ, ਅਤੇ ਫਿਰ ਆਉਂਦਾ ਹੈ ਤੀਜਾ ਕਦਮ, ਇਲਾਹੀ ਬਹਾਲੀ, ਜਿਸ ਨੂੰ ਉਜਾੜੂ ਪੁੱਤਰ ਲਈ ਸੋਨੇ ਦੀ ਮੁੰਦਰੀ ਅਤੇ ਯਿਸੂ ਲਈ ਮਹਿਮਾ ਦੇ ਤਾਜ ਰਾਹੀਂ ਦਰਸਾਇਆ ਗਿਆ ਹੈ। ਇਹ ਦਿਖਾਉਂਦਾ ਹੈ ਕਿ ਵਿਨਾਸ਼ ਕਦੇ ਵੀ ਅੰਤ ਨਹੀਂ ਹੁੰਦਾ, ਬਲਕਿ ਇਹ ਬਹਾਲੀ ਦੀ ਇੱਕ ਨਵੀਂ ਸ਼ੁਰੂਆਤ ਹੋ ਸਕਦੀ ਹੈ। ਇਸ ਪੜਚੋਲ ਵਿੱਚ ਅੱਜ ਬਹੁਤ ਸਾਰੀ ਜਾਣਕਾਰੀ ਨੂੰ ਕਵਰ ਕੀਤਾ ਗਿਆ ਹੈ। ਪਦਾਰਥਵਾਦ ਨੂੰ ਪਿੱਛੇ ਛੱਡਣ ਤੋਂ ਲੈ ਕੇ ਸਹੀ ਸਮੇਂ ਦੀ ਉਡੀਕ ਕਰਨ, ਦਿਲ ਦੀ ਸ਼ੁੱਧਤਾ ਬਣਾਈ ਰੱਖਣ, ਦੂਜਿਆਂ ਲਈ ਚੰਗਾ ਬੋਲਣ ਅਤੇ ਅੰਤ ਵਿੱਚ ਬਹਾਲੀ ਦੀ ਇੱਕ ਪੱਕੀ ਉਮੀਦ ਰੱਖਣ ਤੱਕ, ਇਸ ਸਫ਼ਰ ਨੂੰ ਸਮੇਟਦੇ ਹੋਏ ਇੱਕ ਬਹੁਤ ਹੀ ਡੂੰਘਾ ਸਵਾਲ ਸਾਹਮਣੇ ਆਉਂਦਾ ਹੈ ਕਿ ਇਹ ਪੁਰਾਤਨ ਸਿਧਾਂਤ ਰੋਜ਼ਾਨਾ ਚੁਣੌਤੀਆਂ ਨੂੰ ਦੇਖਣ ਦੇ ਤਰੀਕੇ ਨੂੰ ਬਦਲ ਸਕਦੇ ਹਨ। ਜੋ ਕੁਝ ਅੱਜ ਆਪਾਂ ਦੇਖਿਆ ਹੈ ਉਹ ਇਸ ਗੱਲ ਤੇ ਵਿਚਾਰ ਕਰਨ ਲਈ ਮਜਬੂਰ ਕਰਦਾ ਹੈ ਕਿ ਅਧਿਆਤਮਿਕ ਨਿਯਮਾਂ ਨੂੰ ਕਿਵੇਂ ਆਪਣੇ ਜੀਵਨ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਸ਼ਾਮਲ ਹੋਣ ਲਈ ਬਹੁਤ-ਬਹੁਤ ਧੰਨਵਾਦ। ਪ੍ਰੇਜ਼ ਦ ਲਾਰਡ ਜੀਸਸ ਕ੍ਰਾਈਸਟ।